ਸਤਿ ਸ਼੍ਰੀ ਅਕਾਲ ਜੀ। ਅੱਜ ਤੋਂ ਪਹਿਲਾਂ ਵਾਲੇ ਲੈਕਚਰ ਦੇ ਵਿੱਚ ਅਸੀਂ ਨਜ਼ਾਬਤ, ਨਾਦਰ ਸ਼ਾਹ ਦੀ ਵਾਰ, ਕਲ ਤੇ ਨਾਰਦ ਦੀ ਲੜਾਈ ਇਸ ਬਾਰੇ ਚਰਚਾ ਕੀਤੀ। ਅੱਜ ਅਸੀਂ ਚਰਚਾ ਕਰਾਂਗੇ ਨਾਦਰ ਸ਼ਾਹ ਦੀ ਚੜ੍ਹਾਈ। ਜੋ ਨਜ਼ਾਬਤ ਦੀ ਲਿਖੀ ਹੋਈ ਨਾਦਰ ਸ਼ਾਹ ਦੀ ਵਾਰ ਦੇ ਵਿੱਚੋਂ ਹੀ ਇਹ ਸਿਰਲੇਖ ਲਿਆ ਗਿਆ ਹੈ, ਨਾਦਰ ਸ਼ਾਹ ਦੀ ਚੜ੍ਹਾਈ। ਚੜ੍ਹ ਤਖ਼ਤ ਤੇ ਬੈਠਾ ਨਾਦਰ ਸ਼ਾਹ, ਰਾਜ ਸਿੱਕੇ ਚੱਲੇ, ਉਸ ਨੂੰ ਨੀਵੀਆਂ ਸਭ ਵਲਾਇਤਾਂ ਕੋਈ ਢੰਗ ਨਾ ਚੱਲੇ। ਇਸ ਵਾਰ ਦੇ ਵਿੱਚ ਕਵੀ ਨੇ ਨਾਦਰ ਸ਼ਾਹ ਦੇ ਭਾਰਤ ਦੇ ਉੱਤੇ ਕੀਤੇ ਗਏ ਹਮਲੇ ਦਾ ਵਰਣਨ ਕੀਤਾ ਹੈ ਤੇ ਦੱਸਿਆ ਹੈ ਕਿ ਨਾਦਰ ਸ਼ਾਹ ਤੇ ਮੁਹੰਮਦ ਸ਼ਾਹ ਰੰਗੀਲੇ ਦੀ ਲੜਾਈ ਦਾ ਜਿਹੜਾ ਮੂਲ ਕਾਰਨ ਹੈ ਉਹ ਕਲ ਤੇ ਨਾਰਦ ਦੀ ਆਪਸੀ ਲੜਾਈ ਹੈ। ਨਾਦਰ ਸ਼ਾਹ ਦੀ ਵੱਧ ਰਹੀ ਸ਼ਕਤੀ ਤੇ ਉਸਦਾ ਹਿੰਦੁਸਤਾਨ ਨੂੰ ਫਤਿਹ ਕਰਨ ਦਾ ਜਿਹੜਾ ਐਲਾਨ ਹੈ ਉਹ ਦਰਸਾਇਆ ਗਿਆ ਹੈ। ਨਜ਼ਾਬਤ ਲਿਖਦਾ ਹੈ ਕਿ ਚੜ੍ਹ ਤਖ਼ਤ ਤੇ ਬੈਠਾ ਨਾਦਰ ਸ਼ਾਹ। ਨਾਦਰ ਸ਼ਾਹ ਈਰਾਨ ਦਾ ਬਾਦਸ਼ਾਹ ਸੀ। ਰਾਜ ਸਿੱਕੇ ਚੱਲੇ, ਦੇਸ਼ ਵਿੱਚ ਉਸ ਦੇ ਨਾਂ ਦਾ ਸਿੱਕਾ ਚੱਲ ਰਿਹਾ ਸੀ। ਉਸ ਨੂੰ ਨੀਵੀਆਂ ਸਭ ਵਲਾਇਤਾਂ ਕੋਈ ਢੰਗ ਨਾ ਚੱਲੇ। ਵਲਾਇਤਾਂ ਦੂਰ ਨੇੜੇ ਦੇ ਜਿਹੜੇ ਦੇਸ਼ ਪ੍ਰਦੇਸ਼ ਦੇ ਲੋਕ ਸਨ। ਕਹਿੰਦੇ ਦੂਰ ਤੇ ਨੇੜੇ ਦੇ ਦੇਸ਼ਾਂ ਨੇ ਉਸ ਦੀ ਅਧੀਨਤਾ ਨੂੰ ਸਵੀਕਾਰ ਕਰ ਲਿਆ ਸੀ। ਸਾਰੇ ਉਸ ਤੋਂ ਡਰਦੇ ਸਨ। ਸਦ ਵਹਾਏ ਉਸ ਉਮਰਾ ਹੁੰਦਾ ਹੈ ਵਜ਼ੀਰ ਵਿੱਚ ਬੈਠੇ ਗੱਲੇ। ਕਹਿੰਦੇ ਉਸਨੇ ਸਾਰੇ ਅਮੀਰਾਂ ਵਜ਼ੀਰਾਂ ਨੂੰ ਸੱਦ ਕੇ ਆਪਣੇ ਕੋਲ ਬਿਠਾ ਲਿਆ। ਗੱਲੇ ਗੱਲਾਂ ਕਰਨ ਲੱਗ ਪਏ। ਯਾਰੋ ਤੀਰ ਕਲੇਜੇ ਵਰਮ ਦਾ, ਵਰਮ ਹੁੰਦਾ ਜ਼ਖਮ, ਦਿਓ ਰਾਤੀ ਹੱਲੇ, ਮੈਂ ਦਿੱਲੀ ਨੂੰ ਮਾਰਾਂ ਭੈਂ ਭੈਂ, ਵੱਡ ਸਿਰ ਧੜ ਗੱਲੇ। ਨਾਦਰ ਸ਼ਾਹ ਆਖਦਾ ਕਿ ਮੇਰੇ ਕਲੇਜੇ ਦੇ ਵਿੱਚ ਵਰਮ ਜ਼ਖਮ, ਕਹਿੰਦੇ ਇਸ ਤੀਰ ਦਾ ਜ਼ਖਮ ਦਿਨ ਰਾਤ ਦੁਖਦਾ ਰਹਿੰਦਾ ਹੈ। ਭਾਵ ਮੁਗਲਾਂ ਦੇ ਵੱਡੇ ਵਡੇਰੇ ਤੈਮੂਰ ਨੇ ਸਾਡੀ ਜੋ ਬੇਇੱਜ਼ਤੀ ਕੀਤੀ ਸੀ ਉਸ ਦੇ ਅਹਿਸਾਸ ਤੋਂ ਮੈਂ ਬਹੁਤ ਦੁਖੀ ਹੋ ਰਿਹਾ ਹਾਂ। ਮੈਂ ਦਿੱਲੀ ਦੇ ਉੱਤੇ ਭੈਂ ਭੈਂ ਕਰਦਾ ਗਰਜਦਾ ਹੋਇਆ ਚੜ੍ਹਾਈ ਕਰਾਂਗਾ। ਕਤਲੇ ਆਮ ਮਚਾ ਕੇ ਮੈਂ ਜਿੱਤ ਪ੍ਰਾਪਤ ਕਰ ਲਵਾਂਗਾ। ਪਰ ਤਖਤ ਲਾਈਏ ਤੇ ਕੁੱਲ ਤਰੇ, ਨਹੀਂ ਤਖਤ ਪੱਲੇ। ਕਹਿੰਦੇ ਜੇਕਰ ਰਾਜਿਆਂ ਨੂੰ ਰਾਜ ਤਖਤ ਮਿਲਣ ਤਾਂ ਹੀ ਕੁੱਲ ਤੁਰਦੀ ਹੈ। ਫਾਂਸੀ ਦੇ ਤਖਤੇ ਕਦੇ ਵੀ ਚੰਗੇ ਨਹੀਂ ਹੁੰਦੇ। ਭਾਵ ਹਾਰ ਖਾਣ ਵਾਲਿਆਂ ਨੂੰ ਸਦਾ ਮੌਤ ਮਿਲਦੀ ਹੈ ਤੇ ਉਸਦੇ ਖਾਨਦਾਨ ਦਾ ਨਾਸ਼ ਹੋ ਜਾਂਦਾ ਹੈ। ਅਗਲਾ ਸਿਰਲੇਖ ਹੈ ਸੰਨਿਆਸੀਆਂ ਨੇ ਈਰਾਨੀ ਮਾਰਨੇ। ਪਹਿਲਾ ਜੰਗ ਸਨਾਸੀ, ਸੰਨਿਆਸੀ ਕਰਦੇ ਓੜਕਾਂ, ਖਾਕ ਜਿਨ੍ਹਾਂ ਦੀ ਬਾਸੀ, ਜਾਤ ਦੇ ਸੂਰਮੇ। ਓੜਕਾਂ ਹੁੰਦੇ ਜ਼ੋਰਦਾਰ, ਬਾਸੀ ਹੁੰਦੇ ਵਸਨੀਕ। ਇਸ ਦੇ ਵਿੱਚ ਕਵੀ ਨਜ਼ਾਬਤ ਆਖਦਾ ਹੈ, ਜਦੋਂ ਕਵੀ ਨੇ ਨਾਦਰ ਸ਼ਾਹ ਦੇ ਭਾਰਤ ਉੱਪਰ ਕੀਤੇ ਗਏ ਹਮਲੇ ਦਾ ਵਰਣਨ ਕਰਨ ਤੋਂ ਬਾਅਦ ਦੱਸਦਾ ਹੈ ਕਿ ਨਾਦਰ ਸ਼ਾਹ ਤੇ ਮੁਹੰਮਦ ਸ਼ਾਹ ਰੰਗੀਲੇ ਦੀ ਲੜਾਈ ਦਾ ਜਿਹੜਾ ਮੂਲ ਕਾਰਨ ਹੈ ਉਹ ਕਲ ਤੇ ਨਾਰਦ ਦੀ ਆਪਸੀ ਲੜਾਈ ਹੈ। ਇਹਨਾਂ ਸਤਰਾਂ ਦੇ ਵਿੱਚ ਸੰਨਿਆਸੀਆਂ ਦੇ ਵੱਲੋਂ ਦਿਖਾਏ ਗਏ ਬਹਾਦਰੀ ਦਾ ਜਿਹੜਾ ਜੋਹਰ ਹੈ, ਜ਼ੋਰਦਾਰ ਜੋਹਰ ਹੈ, ਉਸ ਦਾ ਵਰਣਨ ਕਰਦਾ ਹੋਇਆ ਕਵੀ ਆਖਦਾ ਹੈ, ਕਹਿੰਦੇ ਪਹਿਲਾ ਜੰਗ ਸਨਾਸੀ ਕਰਕੇ ਓੜਕਾਂ, ਸੰਨਿਆਸੀਆਂ ਨੇ ਪਹਿਲੀ ਲੜਾਈ ਬੜੇ ਜ਼ੋਰਦਾਰ ਢੰਗ ਨਾਲ ਕੀਤੀ। ਖਾਕ ਜਿਨ੍ਹਾਂ ਦੀ ਬਾਸੀ, ਉਹ ਸਦਾ ਖਾਕ ਮਿੱਟੀ, ਮਿੱਟੀ ਵਿੱਚ ਰਹਿਣ ਵਾਲੇ ਵਸਨੀਕ ਸਨ, ਰਹਿਣ ਵਾਲੇ ਤੇ ਬਹਾਦਰ ਸਨ। ਜਾਤ ਦੇ ਸੂਰਮੇ, ਉਹ ਇੱਕ ਸੂਰਮੇ ਜਾਤ ਦੇ ਪੱਖ ਤੋਂ ਸੂਰਮੇ ਭਾਵ ਬਹਾਦਰ ਅਖਵਾਉਂਦੇ ਸਨ। ਉਹ ਅੱਠੇ ਪੈਰ ਉਦਾਸੀ ਭੇਖ ਫਕੀਰ ਦਾ,
ਕਹਿੰਦੇ ਉਹ ਸਦਾ ਹੀ ਫਕੀਰੀ ਪਹਿਰਾਵਾ ਪਹਿਨਦੇ ਤੇ ਤਿਆਗੀ ਜੀਵਨ ਬਤੀਤ ਕਰਦੇ ਹਨ। ਉਹਨਾਂ ਦੀ ਕੋਈ ਨਾ ਫੁੱਫੀ ਮਾਸੀ ਕਿਸੇ ਨਾਲ ਰੋਮਨਾ। ਕਹਿੰਦੇ ਉਹਨਾਂ ਦੀ ਕੋਈ ਫੁੱਫੀ ਮਾਸੀ ਜਾਂ ਸਾਕ ਸੰਬੰਧੀ ਨਹੀਂ ਜੋ ਉਹਨਾਂ ਦਾ ਫਿਕਰ ਕਰਨਗੇ ਜਾਂ ਕੋਈ ਉਹਨਾਂ ਨੂੰ ਰੋਵੇਗਾ। ਉਹਨਾਂ ਦੇ ਦੀਵੇ ਬਲ ਆਗਾਸੀ ਵਾਯੂ ਝਟਕਿਆਂ। ਉਹਨਾਂ ਦੀਆਂ ਆਹਾਂ ਬਲਦੀਆਂ ਆਖੀ ਲਹੂ ਛਟੀਆਂ। ਆਗਾਸੀ ਆਉਂਦਾ ਸਿਤਾਰੇ। ਅੱਗੋਂ ਕਵੀ ਆਖਦਾ ਹੈ, ਕਹਿੰਦੇ ਉਹਨਾਂ ਦੀ ਮੜੀ ਦੇ ਜਿਹੜੇ ਦੀਵੇ ਹਨ ਆਗਾਸੀ ਅਣਗਿਣਤ ਹਨ, ਭਾਵ ਕਿ ਸਿਤਾਰੇ ਹਨ ਜੋ ਹਵਾ ਦੇ ਵਾਯੂ ਝਟਕਿਆਂ, ਜੋ ਹਵਾ ਦੇ ਬੁੱਲਿਆਂ ਦੇ ਨਾਲ ਵੀ ਨਹੀਂ ਬੁਝਦੇ। ਉਹਨਾਂ ਦੀਆਂ ਆਹਾਂ ਬਲਦੀਆਂ ਆਖੀ ਅੱਖਾਂ ਲਹੂ ਛਟੀਆਂ, ਲਹੂ ਗੁੱਸੇ ਦੇ ਵਿੱਚ ਆ ਕੇ ਬੋਲਣਾ। ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਕਹਿੰਦੇ ਅੱਗ ਜੋ ਹੈ ਉਹ ਇਸ ਤਰ੍ਹਾਂ ਵਰ ਰਹੀ ਸੀ ਅਤੇ ਉਹ ਲਹੂ ਵਰਗੀਆਂ ਲਾਲ ਹੋ ਗਈਆਂ ਸਨ। ਇੱਕ ਰੱਬ ਤਿਨਾਂ ਦਾ ਸਾਥੀ ਆਹੋ ਸਾਹਮਣੇ, ਉਹਨਾਂ ਕੋਲ ਛੁਰੀ ਕੁਹਾੜੀ ਕਾਤੀ ਇਹ ਹਥਿਆਰ ਸਨ। ਕਵੀ ਨਜ਼ਾਬਤ ਆਖਦਾ ਕਿ ਉਹਨਾਂ ਸੰਨਿਆਸੀਆਂ ਨੂੰ ਤਾਂ ਕੇਵਲ ਰੱਬ ਦਾ ਹੀ ਆਸਰਾ ਸੀ। ਉਹਨਾਂ ਕੋਲ ਛੁਰੀ ਕੁਹਾੜੀ ਕਾਤੀ ਹੁੰਦੇ ਕੈਂਚੀ ਵਰਗੇ ਹਥਿਆਰ ਸਨ। ਉਹ ਵੱਜਣ ਵਾਂਗ ਇਰਾਕੀ ਤੇਗਾਂ ਵਾਹੁੰਦੇ, ਤੇਗਾਂ ਤਲਵਾਰਾਂ, ਕਹਿੰਦੇ ਉਹ ਤਲਵਾਰਾਂ ਚਲਾਉਂਦੇ ਹੋਏ ਇਰਾਕੀ ਘੋੜਿਆਂ ਦੇ ਵਾਂਗ ਦੌੜਦੇ ਸਨ। ਉਹ ਖਾਂਦੇ ਮਾਸ ਗਟਾਕੀ, ਗਟਾਕੀ ਹੁੰਦਾ ਚੱਕ ਮਾਰ ਕੇ ਖਾਣਾ, ਵਗਣ ਨਾਵਕਾਂ। ਉਹਨਾਂ 5084 ਗੁਰਜੀ ਮਾਰਿਆ ਪਰ ਕਰਕੇ ਗਏ ਖਲਾਸੀ ਚੜੇ ਪਹਾੜ ਨੂੰ। ਨਾਵਕ ਹੁੰਦੇ ਨਦੀਆਂ, ਗੁਰਜੀ ਹੁੰਦਾ ਗੁਰਜੀ ਸਥਾਨ, ਖਲਾਸੀ ਹੁੰਦਾ ਛੁਟਕਾਰਾ। ਇਸ ਦੇ ਵਿੱਚ ਨਜ਼ਾਬਤ ਆਖਦਾ ਹੈ, ਕਹਿੰਦੇ ਜਦੋਂ ਤਲਵਾਰਾਂ ਦੇ ਨਾਲ ਤਲਵਾਰਾਂ ਚਲਾਉਂਦੇ ਹੋਏ ਇਰਾਕੀ ਘੋੜੀਆਂ ਦੇ ਉੱਤੇ ਘੋੜੀਆਂ ਦੇ ਵਾਂਗ ਦੌੜ ਰਹੇ ਸਨ, ਜਦੋਂ ਉਹਨਾਂ ਦੇ ਉੱਤੇ ਵਾਰ ਕੀਤਾ ਤਾਂ ਦਬਾ ਦਬ ਇਸ ਤਰ੍ਹਾਂ ਕਤਲ ਕਰ ਰਹੇ ਸਨ। ਧਰਤੀ ਦੇ ਉੱਤੇ ਕੀ ਹੈ, ਲਹੂ ਦੀਆਂ ਨਦੀਆਂ ਵਗਣ ਨਾਵਕਾਂ, ਮਾਸ ਗਟਾਗਟ ਤੋਂ ਬਾਅਦ ਬੜੀ ਜ਼ਬਰਦਸਤ ਲੜਾਈ ਕਰਨਾ, ਬਹੁਤ ਜ਼ੋਰਦਾਰ ਉਹਨਾਂ ਦੇ ਉੱਤੇ ਹਮਲਾ ਕਰਨਾ। ਕਹਿੰਦੇ ਉਹ ਇਸ ਤਰ੍ਹਾਂ ਕਤਲ ਕਰ ਰਹੇ ਸਨ ਕਿ ਧਰਤੀ ਉੱਤੇ ਲਹੂ ਦੀਆਂ ਨਦੀਆਂ ਵਹਿ ਤੁਰੀਆਂ ਸਨ। ਉਹਨਾਂ 5084 ਗੁਰਜੀ ਮਾਰਿਆ। ਉਹਨਾਂ ਨੇ 5084 ਗੁਰਜੀਆਂ ਨੂੰ ਮਾਰ ਗਿਰਾਇਆ ਸੀ, ਪਰ ਕਰਕੇ ਗਏ ਖਲਾਸੀ ਚੜੇ ਪਹਾੜ ਨੂੰ। ਉਹ ਇਹਨਾਂ ਦੀ ਖਲਾਸੀ ਕਰਕੇ ਪਹਾੜਾਂ ਵੱਲ ਨੂੰ ਚਲੇ ਗਏ ਸਨ। ਧੰਨਵਾਦ।